ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਪਿਸਤੇ ਦੀ ਖੇਤੀ, ਕਿਉਂਕਿ ਅਮਰੀਕਾ ਪਿਸਤੇ ਦੀ ਖੇਤੀ ਦੇ ਵਿੱਚ ਵੀ ਸਭ ਤੋਂ ਉੱਪਰ ਆਉਣ ਲੱਗ ਪਿਆ ਹੈ, ਕਿਉਂਕਿ ਪਹਿਲਾਂ ਸ਼ਾਇਦ ਕੋਈ ਹੋਰ ਕੰਟਰੀ ਸੀਗੀ ਔਰ ਕੈਲੀਫੋਰਨੀਆ ਦਾ ਜਿਹੜਾ ਨਾਮ ਆ ਉਹ ਸਭ ਤੋਂ ਵੱਡੇ ਪੱਧਰ ਤੇ ਲਿਆ ਜਾਂਦਾ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮਨਰਾਜ ਕਾਲੋਂ, ਜਿਨ੍ਹਾਂ ਨੂੰ ਰਾਜ ਕਾਲੋਂ ਵੀ ਕਿਹਾ ਜਾਂਦਾ ਹੈ, ਰਾਜ ਕਾਲੋਂ ਦੇ ਨਾਮ ਨਾਲ ਵੀ ਜਾਣੇ ਜਾਂਦੇ ਆ। ਔਰ ਮੈਂ ਵੀ ਇੱਥੇ ਵੀ ਦੱਸਣਾ ਜ਼ਰੂਰੀ ਸਮਝਦਾ ਕਿ ਰਾਜ ਕਾਲੋਂ ਉਹੀ ਸ਼ਖਸ ਨੇ ਜਿਨ੍ਹਾਂ ਨੇ ਮਰਸਡ ਕਾਲਜ ਨੂੰ $5 ਮਿਲੀਅਨ ਜਿਹੜਾ ਉਹ ਡੋਨੇਟ ਕੀਤਾ ਸੀ ਤਾਂ ਕਿ ਐਗਰੀਕਲਚਰ ਦੀ ਉੱਥੇ ਰਿਸਰਚ ਹੋ ਸਕੇ, ਸਟੂਡੈਂਟ ਉੱਥੇ ਆ ਕੇ ਪੜ੍ਹ ਸਕਣ। ਰਾਜ ਜੀ, ਤੁਹਾਡਾ PTC ਨੈਟਵਰਕ ਵਿੱਚ ਸਵਾਗਤ ਹੈ। ਔਰ ਬਹੁਤ ਵੱਡੇ ਪੱਧਰ ਤੇ ਤੁਸੀਂ ਪਿਸਤੇ ਦੀ ਖੇਤੀ ਕਰਦੇ ਹੋ। ਅਮਰੀਕਾ ਦਾ ਕਿਹੜੇ ਸਥਾਨ ਤੇ ਨਾਮ ਆਉਂਦਾ ਵਾ ਪਿਸਤੇ ਦੀ ਖੇਤੀ ਪੂਰੀ ਦੁਨੀਆ ਦੇ ਵਿੱਚ? ਇਸ ਵੇਲੇ ਅਮਰੀਕਾ ਜਿਹੜਾ ਉਹ ਨੰਬਰ 1 ਤੇ ਆ। ਅੱਜ ਤੋਂ 10 ਸਾਲ ਪਹਿਲਾਂ ਇਰਾਨ ਦੀ ਜਿਹੜੀ ਸੀ ਟੋਟਲ ਪ੍ਰੋਡਕਸ਼ਨ ਉਹ 500 ਮਿਲੀਅਨ ਪਾਉਂਡ ਸੀ, ਅਤੇ ਸਾਡੀ ਇੱਥੇ ਕੈਲੀਫੋਰਨੀਆ ਦੀ 200 ਮਿਲੀਅਨ ਪਾਉਂਡ। 10 ਸਾਲ ਪਹਿਲਾਂ ਦੀ ਗੱਲ। 10 ਸਾਲ ਪਹਿਲਾਂ ਦੀ ਗੱਲ। ਅਤੇ ਹੁਣ 2018 ਦੀ ਜਿਹੜੀ ਪ੍ਰੋਡਕਸ਼ਨ ਸੀ ਕੈਲੀਫੋਰਨੀਆ ਦੀ ਉਹ ਸੀ 950 ਮਿਲੀਅਨ ਪਾਉਂਡਸ। ਮਤਲਬ 10 ਸਾਲਾਂ 'ਚ ਪ੍ਰੋਡਕਸ਼ਨ ਇੰਨੀ ਜ਼ਿਆਦਾ ਵੱਧ ਗਈ ਅਮਰੀਕਾ ਦੀ। ਬਿਲਕੁਲ। ਤੇ ਈਰਾਨ ਦੀ ਕੀ ਸਟੇਟਸ ਹੈ ਜੀ? ਤੇ ਉਹਦੀ ਈਰਾਨ ਦੀ ਸੀ 2018 ਦੀ ਟੋਟਲ ਪ੍ਰੋਡਕਸ਼ਨ 100 ਮਿਲੀਅਨ ਪਾਉਂਡਸ। ਬਹੁਤ ਜ਼ਿਆਦਾ ਵੱਡਾ ਫਰਕ ਆ ਵੀ ਕਿੱਥੇ ਉਹ ਨੰਬਰ 1 ਤੇ ਸੀ, ਅੱਜ ਤਾਂ ਉਹ ਕਿਤੇ ਨਜ਼ਦੀਕ ਵੀ ਨਹੀਂ ਟਿਕਦਾ ਪਿਆ ਅਮਰੀਕਾ ਦੇ। ਕੀ ਕਾਰਨ ਤੁਸੀਂ ਸਮਝਦੇ ਹੋ ਵੀ ਈਰਾਨ ਦੀ ਪ੍ਰੋਡਕਸ਼ਨ ਘਟੀ ਹੈ ਇਸ ਲੈਵਲ ਤੇ? ਉਹਨਾਂ ਕੋਲ ਪਾਣੀ ਦੀ ਬਹੁਤ ਸ਼ਾਰਟੇਜ ਆ, ਅਤੇ ਦਿਨੋਂ ਦਿਨ ਉਹਨਾਂ ਨੂੰ ਪਾਣੀ ਦੀ ਸ਼ਾਰਟੇਜ ਆ ਰਹੀ ਆ, ਵੱਧ ਰਹੀ ਆ। ਅਤੇ ਇਸ ਕਰਕੇ ਤੁਸੀਂ ਕੋਈ ਵੀ ਟਰੀ ਲਾਓ ਅਤੇ ਉਹਨੂੰ ਸਮੇਂ ਸਿਰ ਪਾਣੀ ਬਹੁਤ ਜ਼ਰੂਰੀ ਆ। ਅਤੇ ਸਾਡੇ ਕੋਲ ਜਿਹੜਾ ਪਾਣੀ ਆ ਉਹ ਸਾਰਾ ਸਿਆਰਾ ਨੋਇਡਾ ਦੀਆਂ ਜਿਹੜੀਆਂ ਪਹਾੜੀਆਂ ਵਾ ਉੱਥੇ ਬਰਫ਼ ਪੈਂਦੀ ਆ ਸਿਆਲ ਦੇ ਵਿੱਚ, ਉਹ ਪਾਣੀ ਆਉਂਦਾ ਰਹਿੰਦਾ ਤੇ ਆਪਣੇ ਕੋਲ ਜ਼ਮੀਨ ਵਧੀਆ ਹੈ। ਹਾਂਜੀ। ਅੱਛਾ, ਹੁਣ ਮੈਂ ਤੇ ਇਹ ਪੁੱਛਣਾ ਚਾਹੁੰਦਾ ਵੀ ਚਲੋ ਆਪਾਂ ਅਮਰੀਕਾ ਪਹਿਲੇ ਨੰਬਰ ਤੇ ਆ ਗਿਆ ਪਿਸਤੇ ਦੀ ਖੇਤੀ ਦੇ ਵਿੱਚ। ਬਦਾਮ ਦੇ ਵਿੱਚ ਤਾਂ ਪਹਿਲਾਂ ਹੀ ਅਮਰੀਕਾ ਦਾ ਕੈਲੀਫੋਰਨੀਆ ਆਲਮੰਡ ਵੱਜਦਾ ਹੀ ਸੀਗਾ, ਤੇ ਪਿਸਤੇ ਦੀ ਖੇਤੀ ਅਮਰੀਕਾ ਦੇ ਕਿਹੜੇ ਹਿੱਸੇ 'ਚ ਸਭ ਤੋਂ ਜ਼ਿਆਦਾ ਹੁੰਦੀ ਹੈ? ਸਭ ਤੋਂ ਜ਼ਿਆਦਾ ਜਿਹੜੀ ਆ ਉਹ ਸੈਨ ਵਾਕਿਨ ਦੇ ਵਿੱਚ ਜ਼ਿਆਦਾ ਹੁੰਦੀ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸੈਂਟਰਲ ਵੈਲੀ ਆਫ ਕੈਲੀਫੋਰਨੀਆ। ਸੈਂਟਰਲ ਵੈਲੀ, ਓਕੇ, ਜਿਹੜਾ ਮੱਧ ਹਿੱਸਾ ਵਾ। ਹਾਂਜੀ, ਓਕੇ। ਅਤੇ ਜਿਸ ਤਰ੍ਹਾਂ ਤੁਸੀਂ ਮਡੇਰਾ ਦੇ ਲਾਗੇ ਜਿਹੜੇ ਸ਼ਹਿਰ ਨੇ, ਕਰਮਨ, ਇੱਧਰ ਸਾਊਥ ਵੱਲ ਕੁਝ ਸ਼ਹਿਰ ਹੈਗੇ ਨੇ, ਬਾਕੀ ਮਰਸਡ ਕਾਊਂਟੀ ਆ। ਤੁਸੀਂ ਮਰਸਡ 'ਚ ਕਰਦੇ ਆ? ਅਸੀਂ ਮਰਸਡ ਕਾਊਂਟੀ 'ਚ ਕਰਦੇ ਹਾਂ ਜੀ। ਓਕੇ। ਮੇਰਾ ਕਹਿਣ ਦਾ ਮਤਲਬ ਇਹ ਪੁੱਛਣ ਦਾ ਇਹ ਸੀਗਾ ਵੀ ਦਰਸ਼ਕਾਂ ਨੂੰ ਅਸੀਂ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦੇ ਵੀ ਪਿਸਤੇ ਦੀ ਖੇਤੀ ਕਿੱਥੇ ਹੁੰਦੀ ਹੈ ਔਰ ਕਿਹੜਾ ਦੇਸ਼ ਸਭ ਤੋਂ ਉੱਪਰ ਨੰਬਰ 'ਤੇ ਹੈਗਾ, ਔਰ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਪਿਸਤੇ ਦੀ ਖੇਤੀ ਦੇ ਵਿੱਚ ਅਮਰੀਕਾ ਵੀ, ਹੁਣ ਤੁਸੀਂ ਜਿੱਦਾਂ ਕਿ ਦੱਸਿਆ, ਅਮਰੀਕਾ ਵੀ ਬਹੁਤ ਪਹਿਲੇ ਨੰਬਰ 'ਤੇ ਆ ਗਿਆ ਦੂਸਰੇ ਤੋਂ। ਐਡੇ ਵੱਡੇ ਪੱਧਰ 'ਤੇ ਪਿਸਤੇ ਦੀ ਖੇਤੀ ਹੁੰਦੀ ਆ। ਪਿਸਤੇ ਦੀ ਖੇਤੀ ਬਾਰੇ ਅਸੀਂ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਦੇ ਹਾਂ ਵੀ ਕਿੱਦਾਂ ਇਹ ਖੇਤੀ ਹੁੰਦੀ ਆ, ਉਸ ਤੋਂ ਬਾਅਦ ਕਿੱਦਾਂ ਇਹਦੀ ਫਸਲ ਆਉਂਦੀ ਆ, ਕਿੱਦਾਂ ਹਾਰਵੈਸਟਿੰਗ ਹੁੰਦੀ ਆ, ਅੱਗੇ ਉਹਦਾ ਕੀ ਪ੍ਰੋਸੀਜਰ ਆ। ਸੋ ਉਹ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਪਿਸਤੇ ਦੀ ਖੇਤੀ ਦਾ ਸਮਾਂ ਸਭ ਤੋਂ ਵਧੀਆ ਕਿਹੜਾ? ਕਦੋਂ ਮਤਲਬ ਪਲਾਂਟੇਸ਼ਨ ਟਰੀ ਦੀ ਹੋਣੀ ਚਾਹੀਦੀ ਆ ਨਵੇਂ ਦੀ? ਇਹਦੀ ਪਿਸਤੇ ਦੀ ਪਲਾਂਟੇਸ਼ਨ ਆਪਾਂ ਕਰ ਸਕਦੇ ਹਾਂ ਕਿਸੇ ਮਹੀਨੇ ਦੇ ਵਿੱਚ ਵੀ। ਇਹ ਨਹੀਂ ਕਿ ਵਿੰਟਰ 'ਚ ਹੀ ਪਲਾਂਟ ਹੋਏਗਾ ਜਾਂ ਸਮਰ 'ਚ ਪਲਾਂਟ ਹੋਏਗਾ। ਜੇ ਗਰਾਊਂਡ ਬਿਲਕੁਲ ਠੀਕ ਆ, ਆਪਾਂ ਜਿਸ ਤਰ੍ਹਾਂ ਕਹਿੰਦੇ ਕਿ ਵੱਤਰ ਆ ਅਤੇ ਜ਼ਿਆਦਾ ਗਿੱਲੀ ਨਹੀਂ ਆ, ਜਦੋਂ ਆਪਾਂ ਲਾਉਂਦੇ ਹਾਂ, ਜਦੋਂ ਮੀਂਹ ਮਾਹ ਪੈਂਦੇ ਨੇ ਆਪਣੇ ਵਿੰਟਰ ਦੇ ਵਿੱਚ, ਉਦੋਂ ਨਹੀਂ ਅਸੀਂ ਲਾਉਂਦੇ। ਬਾਕੀ ਅਦਰਵਾਈਜ਼ ਕਿਸੇ ਵੀ ਟਾਈਮ ਸਾਲ ਦੇ ਵਿੱਚ ਕਰ ਸਕਦੇ ਹਾਂ। ਜਿੱਦਾਂ ਬਦਾਮ ਦੀ ਤਾਂ ਇੱਕ ਵੱਖਰਾ ਹੁੰਦਾ ਵਾ ਵੀ ਉਸ ਟਾਈਮ 'ਤੇ ਹੀ ਕਰਨਾ ਹੁੰਦਾ, ਤੇ ਪਿਸਤੇ ਦਾ ਜਦੋਂ ਮਰਜ਼ੀ ਕਰ ਲਓ। ਜਦੋਂ ਮਰਜ਼ੀ ਕਰ ਲਓ। ਪਿਸਤੈਸ਼ੀਓ ਜਿਹੜਾ ਵਾ ਇਹ ਕਾਫੀ ਹਾਰਡੀ ਟਰੀ ਆ, ਟਫ ਟਰੀ ਆ। ਇਹ ਲਾਉਣ ਤੋਂ ਬਾਅਦ ਜੇ ਇਹਨੂੰ ਸਮੇਂ ਸਿਰ ਪਾਣੀ ਮਿਲ ਜੇ ਤੇ ਇਹ ਸੁੱਕਦਾ ਨਹੀਂ ਆ।
ਸੁੱਕਦਾ ਨਹੀਂ। ਹਾਂ, ਇਹ ਤੋਂ ਮੈਨੂੰ ਗੱਲ ਯਾਦ ਆ ਗਈ, ਜਿੱਦਾਂ ਸੁੱਕਦਾ ਨਹੀਂ ਹੈ ਵੀ ਕਹਿੰਦੇ ਪਿਸਤੇ ਦੀ ਉਮਰ ਬੜੀ ਲੰਬੀ ਹੁੰਦੀ ਹੈ। ਹਾਂਜੀ, ਜੇ ਤੁਸੀਂ ਸਹੀ ਇਹਦੀ ਦੇਖਭਾਲ ਕਰਦੇ ਆ ਤੇ 100 ਤੋਂ 150 ਸਾਲ ਇਹਦੀ ਉਮਰ ਹੈਗੀ ਆ। 150 ਸਾਲ? ਹਾਂਜੀ, ਜੇ ਤੁਸੀਂ ਇਹਦੀ ਸਹੀ ਦੇਖਭਾਲ ਕਰਦੇ ਆ। ਮਤਲਬ 150, ਇੱਕ ਵਾਰ ਪਿਸਤਾ ਲਾਤਾ ਵੀ 150 ਸਾਲ ਕਮਾਈ ਦਊਗਾ। ਬਿਲਕੁਲ। ਪਰ ਪਹਿਲਾ ਫਰੂਟ ਕਦੋਂ ਆਉਣਾ ਸ਼ੁਰੂ ਹੋ ਜਾਂਦਾ ਜਿਹੜਾ ਸਹੀ ਮੈਨੇ ਚ ਤੁਹਾਡੇ ਖਰਚੇ ਪੂਰੇ ਕਰ ਦੇਵੇ? ਤੁਹਾਡੇ ਖਰਚੇ 7 ਸਾਲ ਦੇ ਜਦੋਂ ਟਰੀ ਹੋ ਜਾਂਦੇ ਨੇ ਤੇ ਆਪਣਾ ਇਹ ਖਰਚਾ ਪੇ ਕਰ ਲੈਂਦਾ। ਉਦੋਂ ਖਰਚਾ ਆਪਣਾ ਜਿੰਨਾ ਖਰਚਾ ਹੋਇਆ ਉਹ ਕੱਢ ਲੈਂਦਾ ਤੇ ਪ੍ਰੋਫਿਟ ਜਿਹੜਾ ਉਸ ਤੋਂ ਬਾਅਦ ਫਿਰ ਅਗਲੇ ਸਾਲਾਂ ਦੇ ਵਿੱਚ ਬਿਲਕੁਲ ਫਿਰ ਤੁਹਾਨੂੰ ਜਿੰਨੀ ਮਿਹਨਤ ਕਰੀ ਜਾਓਗੇ ਉਹਨਾਂ ਉਸ ਹਿਸਾਬ ਨਾਲ ਫਲ ਮਿਲੀ ਜਾਂਦਾ। ਹਾਂਜੀ ਹਾਂਜੀ। ਅੱਛਾ, ਪਰ ਏਕੜ ਦੇ ਵਿੱਚ ਕਿੰਨਾ ਕੁ ਪਿਸਤੇ ਦਾ ਟਰੀ ਲੱਗਦਾ? ਕਿੰਨੇ ਟਰੀ ਲੱਗਦੇ ਨੇ? 135 ਟਰੀ ਅਸੀਂ ਲਾਉਨੇ ਆ ਏਕੜ ਦੇ ਵਿੱਚ। ਇੱਕ ਏਕੜ 'ਚ? ਇੱਕ ਏਕੜ 'ਚ। ਤੇ ਪਰ ਏਕੜ ਪ੍ਰੋਡਕਸ਼ਨ ਕਿੰਨੀ ਹੈ? ਇਹ ਡਿਪੈਂਡ ਕਰਦਾ ਕਿ ਤੁਸੀਂ ਇਹਦੀ ਕਿੰਨੀ ਕੁ ਦੇਖਭਾਲ ਕਰਦੇ ਆ, ਕਿਉਂਕਿ ਟਰੀ ਵੀ ਤੁਹਾਡੇ ਧੀਆਂ ਪੁੱਤਾਂ ਆ, ਜਿੰਨੀ ਤੁਸੀਂ ਬਿਲਕੁਲ ਇਹਨਾਂ ਦੀ ਕੇਅਰ ਕਰਦੇ ਆ ਉਨਾ ਹੀ ਤੁਹਾਨੂੰ ਇਹ ਫਲ ਦਿੰਦੇ ਨੇ। ਤੇ ਜਿਸ ਤਰ੍ਹਾਂ ਹੁਣ ਅਸੀਂ ਕਰਦੇ ਆ ਖੇਤੀ, ਤੇ ਜਦੋਂ ਔਨ ਈਅਰ ਹੁੰਦਾ ਅਸੀਂ 5000 ਪਾਉਂਡ, ਕੁਝ ਉਸ ਤੋਂ ਵੱਧ ਵੀ ਕੱਢ ਲਈਦੇ ਨੇ। ਤੇ ਐਵਰੇਜ ਜਿਹੜੀ ਅਸੀਂ ਉਹ 3500 4000 ਪਾਉਂਡ ਕੱਢ ਲਈਦੀ ਆ ਪਰ ਏਕੜ? ਪਰ ਏਕੜ। ਤੇ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ 'ਚ ਆਉਂਦੀ ਹੈ, ਜੇ ਇੰਨੀ ਪ੍ਰੋਡਕਸ਼ਨ ਤੁਸੀਂ ਲੈ ਲੈਂਦੇ ਹੋ, ਐਵਰੇਜ ਹੈ 3500 ਤੋਂ 4000, ਤੇ ਇੱਥੇ ਖਰਚਾ ਕਿੰਨਾ ਕੁ ਆਉਂਦਾ ਵਾ ਔਰ ਪ੍ਰੋਫਿਟ ਕਿੰਨਾ ਕਿਸ ਲੈਵਲ ਦਾ ਆਉਂਦਾ ਵਾ, ਤਾਂ ਕਿ ਸਾਡੇ ਜਿਹੜੇ ਇੰਟਰਸਟਿਡ ਨੇ ਕੋਈ ਇਸ ਖੇਤੀ ਵੱਲ ਨੂੰ ਜਾਣਾ ਚਾਹੁੰਦੇ ਉਹਨਾਂ ਨੂੰ ਥੋੜ੍ਹਾ ਜਿਹਾ ਚਾਨਣਾ ਹੋ ਜਾਵੇ? ਇਹਦਾ ਜਿਹੜਾ ਖਰਚਾ ਵਾ, ਜਦੋਂ ਆਪਾਂ ਟਰੀ ਲਾਉਨੇ ਆ ਜ਼ਮੀਨ ਦੇ ਵਿੱਚ, ਤੇ ਖਰਚਾ ਤੇ ਉਦੋਂ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ। ਬਿਲਕੁਲ। ਤੇ ਪਹਿਲੇ 5-6 ਸਾਲ ਇਹਦੀ ਕੋਈ ਪ੍ਰੋਡਕਸ਼ਨ ਨਹੀਂ ਆ ਤੇ ਖਰਚੇ ਜਿਹੜੇ ਨੇ ਉਹ ਸੇਮ ਹੀ ਨੇ। ਤੇ ਇਹਦਾ ਜਿਹੜਾ ਖਰਚਾ ਵਾ ਐਵਰੇਜ ਉਹ ਅਰਾਊਂਡ $2500 ਪਰ ਏਕੜ ਦਾ ਖਰਚਾ ਸਾਲ ਦਾ। ਪਰ ਏਕੜ ਦਾ ਖਰਚਾ $2500 ਦਾ। ਤੇ ਜਿਹੜੀ ਪ੍ਰੋਡਿਊਸ ਆਉਂਦੀ ਆ ਉਹ ਕਿੰਨੇ ਕੁ ਦੀ ਹੁੰਦੀ ਆ? ਡਿਪੈਂਡ ਕਰਦਾ ਪ੍ਰਾਈਸ ਕਿੰਨੀ ਆ। ਅੱਛਾ, ਪ੍ਰਾਈਸ ਵੈਰੀ ਕਰਦੀ ਹੈ ਜੀ? ਪ੍ਰਾਈਸ ਵੈਰੀ ਕਰਦੀ ਆ ਹਰ ਸਾਲ। ਤੇ ਐਵਰੇਜ ਪ੍ਰਾਈਸ ਕੀ ਚੱਲਦੀ ਹੈ? ਐਵਰੇਜ ਤੁਸੀਂ ਕਹਿ ਲਓ ਕਿ $2 ਜਾਂ $2.25 ਐਵਰੇਜ ਹਰ ਸਾਲ ਪਿਛਲੇ 4-5 ਸਾਲ ਤੋਂ ਆ ਰਹੀ ਆ। ਇਹਦਾ ਮਤਲਬ ਹੈ ਜੇ 4000 ਪਾਉਂਡ ਆ ਗਿਆ ਤੇ 8000 ਤੇ 9000 ਹਾਂਜੀ ਡਾਲਰ, ਤੇ $2500 ਦਾ ਖਰਚਾ 2500 ਤੋਂ 3000 ਹੋ ਜਾਂਦਾ ਹੋਣਾ ਕਿਤੇ। ਹਾਂਜੀ, ਇੰਨਾ ਖਰਚਾ ਹੋ ਜਾਂਦਾ। 2500 3000 ਮਤਲਬ ਜੇ ਤੁਸੀਂ ਦਿਲ ਨਾਲ ਡੈਡੀਕੇਸ਼ਨ ਨਾਲ ਉਹਦੀ ਕਰ ਲਓ ਦੇਖਭਾਲ ਬੂਟੇ ਦੀ, ਜਿਹੜਾ ਪਿਸਤੇ ਦੇ, ਹਾਂਜੀ, ਤੇ 5-6000 ਪ੍ਰੋਫਿਟ। ਹਾਂਜੀ, ਇੰਨਾ ਕੁ ਆ ਜਾਂਦਾ। ਇੰਨਾ ਕੁ ਪ੍ਰੋਫਿਟ ਆ ਜਾਂਦਾ। ਹਾਂਜੀ। ਤੁਸੀਂ ਇੱਕ ਗੱਲ ਕਹੀ ਸੀ, ਜੇ ਪ੍ਰੋਡਕਸ਼ਨ ਲੈਣੀ ਆ, ਪ੍ਰੋਡਿਊਸ ਲੈਣੀ ਆ, ਤੇ ਬੜੀ ਦੇਖਭਾਲ ਕਰਨੀ ਪੈਂਦੀ ਆ। ਇਹ 'ਚ ਕੋਈ ਦੋ ਰਾਏ ਨਹੀਂ ਵੀ ਜਿਹੜੀ ਵੀ ਚੀਜ਼ ਦੀ ਦੇਖਭਾਲ ਕਰਾਂਗੇ ਕੀ ਜ਼ਰੂਰਤ ਪੈਂਦੀ ਹੈ ਇਹਦੇ ਪਿਸਤੇ ਦੇ ਪਲਾਂਟ ਨੂੰ? ਜਦੋਂ ਆਪਾਂ ਪਿਸਤੇ ਦਾ ਪਲਾਂਟ ਲਾਉਂਦੇ ਆ ਤੇ ਉਸ ਤੋਂ ਬਾਅਦ ਇਹਦੀ ਅਸੀਂ ਟ੍ਰੇਨਿੰਗ ਸ਼ੁਰੂ ਕਰਦੇ ਆ। ਸਾਡੇ ਜਿਹੜੇ ਕਰੂ ਨੇ ਉਹ 2-3 ਮਹੀਨੇ ਬਾਅਦ ਜਾਂਦੇ ਨੇ ਉਸ ਫੀਲਡ ਦੇ ਵਿੱਚ, ਤੇ ਅਸੀਂ ਉਹਨਾਂ ਦੀ ਟਾਈਮ ਦੇ ਹਿਸਾਬ ਨਾਲ ਅਸੀਂ ਪ੍ਰੂਨਿੰਗ ਕਰਦੇ ਆ। ਤੇ ਇਹ ਪਿਸਤੇ ਦੀ ਟਰੀ ਨੂੰ ਟ੍ਰੇਨ ਕਰਨਾ ਪੈਂਦਾ। ਜੇ ਆਪਾਂ ਇਹਨੂੰ ਸਮੇਂ ਦੇ ਨਾਲ ਪ੍ਰੂਨਿੰਗ ਨਹੀਂ ਕਰਦੇ ਤੇ ਇਹਦੀ ਜਿਹੜੀ ਗਰੋਥ ਆ ਉਹ ਕਾਫੀ ਵਾਈਲਡ ਹੋ ਜਾਂਦੀ ਆ, ਮਤਲਬ ਖਿੱਲਰ ਜਾਂਦੀ ਆ। ਤੇ ਫਿਰ ਜਦੋਂ ਪ੍ਰੂਨਿੰਗ ਕਰੀਦੀ ਆ, ਉਸ ਤੋਂ ਬਾਅਦ ਇਹਦੀਆਂ ਟਾਹਣੀਆਂ ਨੂੰ ਇਕੱਠੀਆਂ ਕਰਕੇ ਬੰਨੀ ਦਾ ਵੀ ਆ ਕਿ ਇਹ ਉੱਪਰ ਨੂੰ ਜਾਣ। ਓਕੇ। ਤੇ ਫਿਰ ਉਹ ਸਾਲ ਕੁ ਵਧੀਆਂ ਰਹਿੰਦੀਆਂ ਨੇ। ਤੇ ਪਰ ਜਿਹੜੀ ਟ੍ਰਿਮਿੰਗ ਆ ਉਹ ਇਹਨਾਂ ਦੀ 2-3 ਮਹੀਨੇ ਬਾਅਦ ਅਸੀਂ ਕਰਦੇ ਰਹਿੰਦੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਵੀ ਇੱਕ ਤੁਹਾਡੇ ਬੱਚਿਆਂ ਹੀ ਨੇ, ਜਿੰਨੀ ਕੁ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਉਨਾ ਹੀ ਇਹ ਫਲ ਦੇਣਗੇ। ਤੇ ਅਸੀਂ ਇਹਨਾਂ ਦੀ ਸੇਵਾ ਬਹੁਤ ਕਰਦੇ ਆ। ਦੂਜੀ ਗੱਲ ਹੈ ਜੀ, ਮੈਂ ਤੇ ਇਹ ਕਰਨਾ ਵੀ ਜਿਹੜਾ ਜਿੱਦਾਂ ਬਦਾਮ ਦਾ ਪੇੜ ਜਦੋਂ ਬੂਟਾ ਲਾਉਂਦੇ ਆ ਪਹਿਲਾਂ, ਉਹਦੀ ਜੜ ਕਿਸੇ ਹੋਰ ਫਰੂਟ ਦੀ ਹੁੰਦੀ ਆ,
ਕੀ ਪਿਸਤੇ ਦੇ ਵਿੱਚ ਵੀ ਸਿਸਟਮ ਇਹੋ ਜਿਹਾ ਹੈਗਾ ਵਾ ਵੀ ਉਹ ਜਿਹੜੀ ਆ ਜੜ ਪਹਿਲਾਂ ਲੱਗਦੀ ਆ ਜਾਂ ਪਲਾਂਟ ਜਿਹੜਾ ਉੱਪਰ ਦੁਆਰ ਤੋਂ ਉਹਨੂੰ ਗ੍ਰਾਫਟਿੰਗ ਕੀਤੀ ਜਾਂਦੀ ਹੈ? ਇਹ ਜਦੋਂ ਪਿਸਤੇ ਦਾ ਬੂਟਾ ਤਿਆਰ ਹੁੰਦਾ, ਇਹ ਪਿਸਤੇ ਦੇ ਸੀਡ ਤੋਂ ਬੂਟਾ ਤਿਆਰ ਹੁੰਦਾ। ਜਦੋਂ ਉਹ ਪਿਸਤੇ ਦਾ ਬੀਜ ਲਾਈਦਾ ਤੇ ਬੂਟਾ ਤਿਆਰ ਹੁੰਦਾ, ਫਿਰ ਕੁਝ ਸਮੇਂ ਬਾਅਦ ਜਦੋਂ ਉਹਦੀ ਹਾਈਟ 48 ਇੰਚ ਹੋ ਜਾਂਦੀ ਆ ਤੇ ਅਸੀਂ ਉਹਨੂੰ ਉੱਤੋਂ ਟੌਪ ਕਰਕੇ ਤੇ ਨਾਲ ਗ੍ਰੈਫਟਿੰਗ ਕਰ ਦਈਦੀ ਆ ਕਲਟੀਵਾਰ ਦੇ ਨਾਲ। ਉਹ ਜਿਹੜੀ ਆ, ਜਾਂ ਤੁਸੀਂ ਇਹਦੀਆਂ ਕਿਸਮਾਂ ਹੈਗੀਆਂ ਵਾ ਲਾਸਟ ਹਿਲ, ਗੋਲਡਨ ਹਿਲ ਤੇ ਕਰਮਨ, ਜਿਹੜੀਆਂ ਆਪਣੀਆਂ ਮੇਨ ਵੈਰਾਈਟੀਆਂ ਕੈਲੀਫੋਰਨੀਆ ਦੇ ਵਿੱਚ ਪਿਸਤੇ ਦੀਆਂ। ਫਿਰ ਉਹ ਜਿਹੜੀ ਵੀ ਤੁਹਾਡੀ ਇੱਛਾ ਹੋਵੇ ਕਿ ਮੈਂ ਗੋਲਡਨ ਹਿਲ ਲਵਾਉਣੇ ਨੇ, ਉਹ ਉਸੇ ਜਿਹੜਾ ਆਪਾਂ ਬੀਜ ਬੀਜਿਆ ਤੇ ਉਹਦਾ ਜਿਹੜਾ ਟਰੀ ਬਣਿਆ, ਫਿਰ ਉਹਦੀ ਜਿਹੜੀ ਗ੍ਰਾਫਟਿੰਗ ਆ ਗੋਲਡਨ ਹਿਲ ਦੀ, ਕਰਮਨ ਦੀ ਜਾਂ ਲਾਸਟ ਹਿਲ ਦੀ, ਆਪਾਂ ਉਹਦੀ ਗ੍ਰਾਫਟਿੰਗ ਉਸ ਟਰੀ ਨੂੰ ਕਰ ਦਿੰਦੇ ਹਾਂ। ਓਕੇ, ਮਤਲਬ ਜੜ ਆ ਗਈ, ਉਸ ਤੋਂ ਬਾਅਦ ਗ੍ਰਾਫਟਿੰਗ ਦੇ ਉੱਪਰ ਜਿਹੜਾ ਤੁਸੀਂ ਲਗਾਉਣਾ ਉਹ ਤੁਹਾਨੂੰ ਪਲਾਂਟ ਮਿਲ ਜਾਏਗਾ। ਹਾਂਜੀ, ਉਹ ਫਿਰ ਜਦੋਂ ਆਪਾਂ ਗ੍ਰਾਫਟਿੰਗ ਕਰਦੇ ਆ, ਜਿਹੜੀ ਵੀ ਵੈਰਾਈਟੀ ਤੁਸੀਂ ਲਵਾਉਣੀ ਹੋਵੇ, ਤੇ ਜਦੋਂ ਉਹ 6-7 ਇੰਚ ਵਿੱਚੋਂ ਉਹਦੀ ਗ੍ਰਾਫਟਿੰਗ ਦਾ ਜਿਹੜਾ ਨਿਕਲ ਆਉਂਦਾ, ਤਣਾ ਨਿਕਲ ਆਉਂਦਾ, ਹਾਂਜੀ, ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਮੇਨ ਟਰੀ ਨੂੰ ਉੱਪਰੋਂ ਕਲਿੱਪ ਕਰ ਦਈਦਾ। ਓਕੇ, ਫਿਰ ਉਹ ਜਿਹੜੀ ਇੱਕ ਵਿੱਚੋਂ ਟਾਹਣੀ ਨਿਕਲੀ ਆ, ਉਹ ਗ੍ਰਾਫਟ ਹੋਈ, ਫਿਰ ਅਸੀਂ ਉਹਨੂੰ ਮੈਨੇਜ ਕਰਦੇ ਹਾਂ। ਓਕੇ, ਉਹ ਜਦੋਂ ਆਪਾਂ ਉਹਨੂੰ ਮੈਨੇਜ ਕਰਦੇ ਹਾਂ, ਫਿਰ ਜਦੋਂ ਉਹ 48 ਇੰਚ ਉੱਪਰ ਜਾਂਦੀ ਆ, ਫਿਰ ਅਸੀਂ ਉਹਨੂੰ 48 ਇੰਚ ਤੋਂ ਉੱਪਰੋਂ ਟੌਪ ਕਰ ਦਈਦਾ, ਤੇ ਫਿਰ ਉਹਦੇ ਥੱਲਿਓਂ ਨਵੀਆਂ ਬ੍ਰਾਂਚਾਂ ਨਿਕਲਣੇ ਸ਼ੁਰੂ ਹੋ ਜਾਂਦੀਆਂ। ਉਹ ਨਿਕਲਦਾ। ਹਾਂਜੀ। ਅੱਛਾ, ਪੋਲੀਨੇਸ਼ਨ ਕਿੱਦਾਂ ਹੁੰਦੀ ਹੈ ਜੀ ਪਿਸਤੇ ਦੀ? ਜਿੱਦਾਂ ਕਿ ਮਧੂਮੱਖੀ, ਬਦਾਮਾਂ ਦੇ ਵਿੱਚ ਤਾਂ ਮਧੂਮੱਖੀ ਦੇ ਡੱਬੇ ਲਿਆ ਕੇ ਵੀ ਰੱਖਦੇ, ਜਾਂ ਹੋਰ ਫਸਲਾਂ ਦੇ ਵਿੱਚ ਵੀ ਰੱਖਦੇ, ਕੀ ਇਹ 'ਚ ਵੀ ਲਿਆ ਕੇ ਤੁਹਾਨੂੰ ਮਧੂਮੱਖੀ ਰੱਖਣੀ ਪੈਂਦੀ ਹੈ? ਨਹੀਂ, ਸਾਨੂੰ ਪਿਸਤੇ ਵਾਸਤੇ ਮੱਖੀਆਂ ਦੀ ਲੋੜ ਨਹੀਂ ਪੈਂਦੀ। ਤੇ ਇਹ ਜਦੋਂ ਅਸੀਂ ਪਲਾਂਟ ਕਰੀਦੇ ਨੇ ਟਰੀ, ਤੇ ਜਾਂ ਗ੍ਰਾਫਟਿੰਗ ਕਰੀਦੀ ਆ, ਜਿਸ ਤਰ੍ਹਾਂ ਅਸੀਂ ਲਾਉਨੇ ਐਵਰੀ 5th, 5ਵੀਂ ਲਾਈਨ ਤੇ 5ਵਾਂ ਟਰੀ ਜਿਹੜਾ ਵਾ, ਉਹ ਅਸੀਂ ਮੇਲ ਟਰੀ ਲਾਉਨੇ ਆ। ਓਕੇ, ਤੇ ਉਹ ਮੇਲ ਟਰੀ ਵੀ ਨਾਲ ਹੀ ਫੀਮੇਲਸ ਦੇ ਨਾਲ ਗਰੋ ਹੁੰਦਾ, ਉਹਦੀ ਵੀ ਟ੍ਰੇਨਿੰਗ ਸੇਮ ਹੀ ਹੁੰਦੀ ਆ, ਉਹਦੀ ਵੀ ਸ਼ੇਪ ਸੇਮ ਹੀ ਹੁੰਦੀ ਜਦੋਂ ਵੱਡਾ ਹੁੰਦਾ। ਫਿਰ ਜਦੋਂ ਇਹਨਾਂ ਨੂੰ ਫਰੂਟ ਲੱਗਣਾ ਸ਼ੁਰੂ ਹੁੰਦਾ, ਤੇ ਉਹ ਜਿਹੜੇ ਮੇਲ ਟਰੀ ਨੇ ਉਹ ਪੋਲੀਨੇਸ਼ਨ ਦਾ ਕੰਮ ਕਰਦੇ ਨੇ। ਅੱਛਾ, ਇਹ 'ਚ ਮੇਲ ਟਰੀ ਪੋਲੀਨੇਸ਼ਨ ਦਾ ਕੰਮ ਕਰਦੇ ਆ? ਬਿਲਕੁਲ, ਹਾਂਜੀ। ਮਤਲਬ ਤੁਸੀਂ 5ਵੀਂ ਰੋ ਤੇ 5ਵਾਂ ਟਰੀ? ਬਿਲਕੁਲ, ਮਤਲਬ ਸਮਝ ਲਓ ਵੀ 5 × 25, ਹਾਂਜੀ, ਚਾਰੋਂ ਪਾਸੇ ਜੇ ਆਪਾਂ ਗਿਣ ਲਈਏ, ਹਾਂਜੀ, ਤੇ ਇੰਨੇ ਬੂਟਿਆਂ ਨੂੰ ਉਹ ਕੈਟਰ ਕਰ ਲੈਂਦਾ। ਹਾਂਜੀ। ਅਸੀਂ ਅਰਾਊਂਡ ਕਿੱਲੇ ਦੇ ਵਿੱਚ 20-25 ਮੇਲ ਟਰੀ ਲਾਈਦੇ ਨੇ। ਮੇਲ ਟਰੀ ਤੇ ਟੋਟਲ ਕਿੰਨੇ ਤੁਸੀਂ ਦੱਸੇ ਸੀ ਵੀ? ਟੋਟਲ ਕਿੰਨੇ ਹੁੰਦੇ ਆ? 135 ਟਰੀ ਕਿੱਲੇ ਚ ਲਾਈਦੇ ਨੇ। 135, 6 ਗੁਣਾ ਹੋ ਗਿਆ, 6-7 ਗੁਣਾ। ਹਾਂਜੀ, ਇੰਨਾ ਮਤਲਬ ਉਹ ਟਰੀ ਫੀਮੇਲ ਹੁੰਦਾ, ਬਾਕੀ ਮੇਲ ਟਰੀ ਲੱਗਦਾ। ਹਾਂਜੀ, ਮਤਲਬ 25 ਟਰੀ ਜਿਹੜੇ ਉਹ ਮੇਲ ਟਰੀ ਦੇ ਹੁੰਦੇ ਨੇ। ਅੱਛਾ, ਜਿਹੜੀ ਤੁਸੀਂ ਹੁਣ ਵੈਰਾਈਟੀਜ਼ ਬਾਰੇ ਵੀ ਗੱਲ ਕੀਤੀ ਆ, ਕਿਹੜੀ ਵੈਰਾਈਟੀ ਸਭ ਤੋਂ ਵਧੀਆ ਇੱਥੇ ਜਿਹੜੀ ਆ ਜ਼ਿਆਦਾ ਕਿਸਾਨ ਉਹਦੇ ਵੱਲ ਨੂੰ ਰੁਝਾਨ ਹੈਗਾ? ਵੈਰਾਈਟੀਆਂ ਤਿੰਨੇ ਹੀ ਬਹੁਤ ਸੋਹਣੀਆਂ ਨੇ, ਤੇ ਇਹ ਤੁਹਾਡੀ ਪ੍ਰੈਫਰੈਂਸ ਆ ਕਿ ਤੁਸੀਂ ਕਿਹੜੀ ਲਾਉਣੀ ਚਾਹੁੰਦੇ ਆ। ਜਿਹੜੀ ਗੋਲਡਨ ਹਿਲ ਆ, ਉਹਦਾ ਨਟ ਜਿਹੜਾ ਵਾ ਉਹ ਦੂਸਰੀਆਂ ਨਾਲੋਂ ਜ਼ਿਆਦਾ ਮੋਟਾ, ਗੋਲਡਨ ਹਿਲ ਦਾ। ਤੇ ਲਾਸਟ ਹਿਲ ਵੀ ਬਹੁਤ ਸੋਹਣਾ ਪ੍ਰੋਡਿਊਸ ਕਰਦੀ ਆ ਯੀਲਡ। ਤੇ ਜਿਹੜੀ ਕਰਮਨ ਆ, ਉਹ ਵੀ ਬੜੀ ਸਿਮਿਲਰ ਹੀ ਆ ਬਾਕੀਆਂ ਦੇ ਨਾਲ। ਮਤਲਬ ਇਹ 3 ਵੈਰਾਈਟੀਆਂ ਜਿਹੜੀਆਂ ਮੇਨ ਲੋਕ ਲਗਾਉਂਦੇ ਨੇ। ਇਸੇ ਤਰ੍ਹਾਂ ਆਪਾਂ ਚਰਚਾ ਜਾਰੀ ਰੱਖਾਂਗੇ। ਇੱਕ ਵੇਲਾ ਹੋ ਗਿਆ ਜੀ ਛੋਟੇ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਪਿਸਤੇ ਬਾਰੇ ਹੋਰ ਅਗਲੀ ਗੱਲਬਾਤ ਕਰਾਂਗੇ। ਕਈ ਗੱਲਾਂ ਇਹੋ ਜਿਹੀਆਂ ਵੀ ਹੋਣੀਆਂ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਔਰ ਦਰਸ਼ਕਾਂ ਨੂੰ ਵੀ ਨਹੀਂ ਪਤਾ, ਉਹ ਮਨਰਾਜ ਜੀ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨਗੇ। ਕਿਤੇ ਜਾਈਓ ਨਾ ਜੀ, ਹੁਣੀ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸਾਡੀ ਚਰਚਾ ਚੱਲ ਰਹੀ ਸੀ ਪਿਸਤੇ ਦੀ ਖੇਤੀ ਤੇ। ਰਾਜ ਜੀ,
ਹੁਣ ਆਪਾਂ ਪਲਾਂਟ ਬਾਰੇ ਦੱਸਤਾ ਵੀ ਕਿੱਦਾਂ ਦਾ ਮੌਸਮ ਆ, ਕਿਹੜੇ ਮਹੀਨੇ ਦੇ ਵਿੱਚ ਆਪਾਂ ਇਹਦਾ ਝਾੜ ਲੈਂਦੇ ਆ, ਸਾਰਾ ਪਤਾ ਲੱਗ ਗਿਆ ਵੀ ਕਿੰਨਾ ਕੁ ਮੁਨਾਫਾ ਵੀ ਹੈਗਾ ਜੇ ਇਹਦੀ ਢੰਗ ਨਾਲ ਖੇਤੀ ਕਰ ਲਓ। ਗੱਲ ਆਉਂਦੀ ਹੈ ਵੀ ਝਾੜ ਤਾਂ ਲੈ ਲਿਆ, ਪਲਾਂਟ ਤਾਂ ਫਲ ਦੇ ਦਿੱਤਾ ਉਹਨੇ ਫੁੱਲ, ਕੀ ਉਹ ਮੈਨੂਅਲੀ ਤੋੜਿਆ ਜਾਂਦਾ ਜਾਂ ਮਸ਼ੀਨ ਦੇ ਨਾਲ ਤੋੜਿਆ ਜਾਂਦਾ? ਪਹਿਲਾਂ ਤਾਂ ਇਹ ਦੱਸੋ। ਨਹੀਂ, ਮੈਨੂਅਲੀ ਨਹੀਂ ਇਹ ਆਪਾਂ ਝਾੜ ਸਕਦੇ, ਕਿਉਂਕਿ ਫਿਰ ਤੇ ਲੇਬਰ ਦੀ ਜਿਹੜੀ ਕਾਸਟ ਆ ਉਹ ਬਹੁਤ ਪੈ ਜਾਂਦੀ ਹੈ। ਜਦੋਂ ਇੱਥੇ ਸ਼ੁਰੂਆਤ ਹੋਈ ਸੀ ਪਿਸਤੇ ਦੀ ਕੈਲੀਫੋਰਨੀਆ ਦੇ ਵਿੱਚ, ਜਿਹੜੀ ਫਸਟ ਪਲਾਂਟੇਸ਼ਨ ਹੋਈ ਸੀ ਉਹ 68 ਦੇ ਲਾਗੇ ਛਾਗੇ ਹੋਈ ਸੀ। ਉਦੋਂ ਸਾਰਾ ਮੈਨੂਅਲੀ ਹੁੰਦਾ ਸੀ, ਪਰ ਹੁਣ ਜਦੋਂ ਲਾਰਜ ਪੱਧਰ ਤੇ ਇਹਦੀ ਫਾਰਮਿੰਗ ਸ਼ੁਰੂ ਹੋਈ ਆ ਪਿਸਤੇ ਦੀ, ਹੁਣ ਸਾਰਾ ਕੁਝ ਮਸ਼ੀਨਰੀ ਕੰਮ ਆ। ਓਕੇ। ਤੇ ਇਹਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਦੋ ਮਸ਼ੀਨਾਂ ਹੁੰਦੀਆਂ ਨੇ ਜਦੋਂ ਆਪਾਂ ਇਹਨਾਂ ਨੂੰ ਝਾੜਦੇ ਨੇ। ਇੱਕ ਮਸ਼ੀਨ ਜਿਹੜੀ ਆ ਉਹ ਟਰੀ ਨੂੰ ਕੈਚ ਕਰਦੀ ਆ, ਤੇ ਜਿਹੜੀ ਦੂਸਰੀ ਮਸ਼ੀਨ ਦੂਸਰੇ ਬੰਨੇ ਜਿਹੜੀ ਆ ਉਹ ਉਸ ਮਸ਼ੀਨ ਨੂੰ ਕੈਚ ਕਰਦੀ ਜਿਹੜੇ ਸਾਰੇ ਜਿਹੜੇ ਪਿਸਤੇ ਦੇ ਨਟਸ ਨੇ ਉਹ ਉੱਪਰ ਹੀ ਡਿੱਗਣ। ਜਿਹੜਾ ਵੀ ਨਟ ਇਹਦਾ ਥੱਲੇ ਜ਼ਮੀਨ ਤੇ ਡਿੱਗ ਜਾਂਦਾ ਵਾ ਉਹਨੂੰ ਅਸੀਂ ਪਿਕ ਨਹੀਂ ਕਰ ਸਕਦੇ, ਕਿਉਂਕਿ ਫਿਰ ਉਹ ਲੇਬਰ ਬੜੀ ਵੱਧ ਜਾਂਦੀ ਆ। ਤੇ ਸਾਰਾ ਕੁਝ ਮਸ਼ੀਨਾਂ ਨਾਲ ਹੀ ਆ, ਕੁਝ ਮੈਨੂਅਲੀ ਕੰਮ ਜਿਹੜਾ ਉਹ ਹੈ ਨਹੀਂ ਹੁਣ। ਮੈਨੂਅਲੀ ਹੈ ਨਹੀਂ। ਅੱਛਾ, ਹੁਣ ਝਾੜ ਲੈ ਲਿਆ, ਨਟ ਲੈ ਲਿਆ, ਨਟ ਲੈਣ ਤੋਂ ਬਾਅਦ ਮਾਰਕੀਟਿੰਗ ਸਭ ਤੋਂ ਵੱਡੀ ਗੱਲ ਆ। ਵੀ ਆਪਾਂ ਝਾੜ ਤਾਂ ਲੈ ਲਿਆ, ਕਿਸਾਨ ਨੇ ਮਿਹਨਤ ਵੀ ਕਰ ਲਈ ਆ ਪਿਸਤੇ ਤੇ, ਦਿਲ ਰਾਹ ਤੇ ਕਰ ਦਿੱਤਾ ਝਾੜ, ਉਸ ਤੋਂ ਬਾਅਦ ਮਾਰਕੀਟਿੰਗ ਦਾ ਕੀ ਸਿਸਟਮ ਹੈਗਾ? ਕਿੱਦਾਂ ਤੁਸੀਂ ਵੇਚਦੇ ਹੋ ਇਹਨੂੰ, ਨਟ ਨੂੰ? ਇਹਦੀ ਪਿਸਤੇ ਦੀ ਜਿਹੜੀ ਮਾਰਕੀਟਿੰਗ ਆ ਬਹੁਤ ਵਧੀਆ ਵਾ, ਤੇ ਫਿਊਚਰ ਵੀ ਇਹਦਾ ਬਹੁਤ ਵਧੀਆ। ਇੱਥੇ ਜਿਹੜੀਆਂ ਦੋ ਲਾਰਜੈਸਟ ਪ੍ਰੋਸੈਸਿੰਗ ਕੰਪਨੀਆਂ ਵਾ ਪਿਸਤੇ ਦੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹੈਂਡਲ ਕਰਦੀਆਂ, ਬਾਕੀ ਹੋਰ ਵੀ ਕਾਫੀ ਹੈਗੀਆਂ ਨੇ, ਪਰ ਜਿਹੜੀਆਂ ਦੋ ਲਾਰਜੈਸਟ ਨੇ ਉਹ ਇੱਕ ਪੈਰਾਮਾਊਂਟ ਆ ਤੇ ਇੱਕ ਸਟਨ ਆ, ਤੇ ਬਾਕੀ ਦੂਸਰੀਆਂ ਵੀ ਹੋਰ ਵੀ ਹੈਗੀਆਂ ਛੋਟੇ ਪੱਧਰ ਤੇ। ਤੇ ਜਿਹੜੀ ਮਾਰਕੀਟਿੰਗ ਆ ਉਹ ਹੁੰਦੀ ਆ ਅਮਰੀਕਨ ਪਿਸਤਾਸ਼ੀਓ ਗਰੋਅਰ ਜਿਹੜੀ ਆ, ਉਹਨੂੰ ਆਪਾਂ ਕਹਿੰਦੇ APG, ਹਾਂ ਐਸੋਸੀਏਸ਼ਨ ਜਿਹੜੀ APG ਆ, ਸਾਰੀ ਮਾਰਕੀਟਿੰਗ ਉਹ ਕਰਦੀ ਆ। ਓਕੇ। ਉਹ ਸਾਡੇ ਕੋਲ ਕੁਝ ਸੈਂਟ ਪਰ ਪਾਊਂਡ ਲੈਂਦੇ ਨੇ ਮਾਰਕੀਟਿੰਗ ਕਰਨ ਦੇ, ਵੀ ਜਿੰਨੇ ਵੀ ਅਸੀਂ ਪਾਊਂਡੇਜ ਪ੍ਰੋਡਿਊਸ ਕਰਦੇ ਆ ਤੇ ਉਹਦੇ ਵਿੱਚੋਂ ਜਿੰਨੇ ਵੀ ਬ੍ਰੋਕਰੇਜ ਕਹਿ ਲਓ ਉਹਨੂੰ, ਹਾਂਜੀ, ਕੁਝ ਸੈਂਟ ਨੇ ਅਸੀਂ ਉਹਨਾਂ ਨੂੰ ਪੇ ਕਰਦੇ ਆ, ਤੇ ਉਹਦੇ ਨਾਲ ਫਿਰ ਉਹ ਵਰਲਡ ਵਾਈਡ ਜਿਹੜੇ ਨੇ ਜਾ ਕੇ ਤੇ ਪ੍ਰਮੋਟ ਕਰਦੇ ਨੇ ਪਿਸਤਾ। ਤੇ ਵੇਚਦੇ ਵੀ ਫਿਰ ਉਹੀ ਹੈ? ਨਹੀਂ, ਵੇਚਣਾ ਤੁਸੀਂ ਕਿੱਦਾਂ ਵਾ? ਮੇਰਾ ਕਹਿਣ ਦਾ ਮਤਲਬ ਸੀ ਵੀ ਉਹ ਮਾਰਕੀਟਿੰਗ ਕਿੱਦਾਂ, ਨਟ ਤੁਹਾਡੇ ਕੋਲ ਆ ਗਿਆ, ਨਟ ਤੁਸੀਂ ਫਿਰ ਕਿੱਦਾਂ ਜਿਹੜੇ ਪ੍ਰੋਸੈਸਿੰਗ ਕੰਪਨੀਆਂ ਵਾ ਉਹਨਾਂ ਨੂੰ ਕੰਟੈਕਟ ਕਰਦੇ ਹੋ ਜਾਂ ਉਹ ਤੁਹਾਨੂੰ ਕੰਟੈਕਟ ਕਰਦੀਆਂ? ਨਹੀਂ, ਸਾਡਾ ਕੰਟਰੈਕਟ ਹੁੰਦਾ ਹਰ ਇੱਕ ਕੰਪਨੀ ਦੇ ਨਾਲ, ਤੇ ਫਿਰ ਜਦੋਂ ਅਸੀਂ ਝਾੜਦੇ ਆ ਤੇ ਵਿਦਿਨ ਅਸੀਂ 12 ਆਵਰ ਉੱਥੇ ਆਪਣੇ ਪਹੁੰਚਾ ਦੇਈਦੇ ਨੇ ਨਟਸ। ਕੰਟਰੈਕਟ ਪਹਿਲਾਂ ਹੀ ਹੋਇਆ ਦਾ? ਪਹਿਲਾਂ ਹੀ ਹੋਇਆ ਹੁੰਦਾ। ਤੇ ਉਹ ਜਿਹੜਾ ਪ੍ਰਾਈਸ ਉਹਨੇ ਪਹਿਲਾਂ ਹੀ ਫਿਕਸ ਕੀਤਾ ਹੋਇਆ? ਨਹੀਂ, ਪ੍ਰਾਈਸ ਜਿਹੜੀ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਦੀ ਆ, ਉਹ ਪਹਿਲਾਂ ਨਹੀਂ ਪਤਾ ਹੁੰਦਾ ਕਿ ਕੀ ਆ ਪ੍ਰਾਈਸ। ਜਦੋਂ ਸਾਰਾ ਤੁਹਾਡੇ ਨਟਸ ਚੱਲ ਜਾਂਦੇ ਨੇ ਤੇ ਫਿਰ ਉਹਦੀ ਕੁਆਲਿਟੀ ਦੇਖਦੇ ਨਟ ਦੀ? ਹਾਂਜੀ, ਕੁਆਲਿਟੀ ਦੇ ਨਾਲ ਵੀ ਤੁਹਾਨੂੰ ਪੈਸੇ ਮਿਲਦੇ ਨੇ ਕਿ ਉਹਦੇ ਵਿੱਚ ਕੋਈ ਵਾਰਮਸ ਨਹੀਂ ਹੈਗੇ, ਤੇ ਜੇ ਤੁਹਾਡੇ ਪ੍ਰੀਮੀਅਮ ਨਟ ਆ ਤੁਹਾਨੂੰ ਪ੍ਰੀਮੀਅਮ ਪ੍ਰਾਈਸ ਮਿਲਦੀ ਆ। ਮਤਲਬ ਇੱਕ ਪ੍ਰਾਈਸ ਨਹੀਂ ਆ, ਉਹਦੇ ਵਿੱਚ ਵੀ ਕਈ ਕੈਟਾਗਰੀਜ਼ ਆ, ਹਾਂਜੀ, ਵੈਰੀ ਕਰਦੀ ਆ। ਤੇ ਉਹ ਕੰਪਨੀ ਵਾਲੇ ਤੁਹਾਨੂੰ ਜਦੋਂ ਤੁਹਾਡੀ ਟੋਟਲ ਪ੍ਰੋਡਕਸ਼ਨ ਉਹਨਾਂ ਕੋਲ ਚੱਲ ਜਾਂਦੀ ਆ ਤੇ ਵਿਦਿਨ 30 ਡੇ ਦੇ ਵਿੱਚ ਤੁਹਾਨੂੰ ਪ੍ਰਾਈਸ ਦਾ ਪਤਾ ਲੱਗ ਜਾਂਦਾ ਕਿ ਇਹਦੀ ਪ੍ਰਾਈਸ ਕੀ ਆ। ਓਕੇ। ਤੇ ਉਹ ਫਿਰ ਪ੍ਰਾਈਸ ਜਿਹੜੀ ਉਹ ਸੈੱਟ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਉਹ ਫਿਰ ਪੇਮੈਂਟ ਕਿੰਨੇ ਕੁ ਦੇਰ ਬਾਅਦ ਆ ਜਾਂਦੀ ਆ? ਪੇਮੈਂਟ ਜਿਹੜੀ ਉਹ ਕੁਆਟਰਲੀ ਦੇ ਭੇਜਦੇ ਨੇ। ਓਕੇ। ਤੇ ਫਿਰ ਐਂਡ ਦੇ ਵਿੱਚ ਜੇ ਉਹਨਾਂ ਦਾ ਪਿਸਤਾ ਜਿਹੜਾ ਉਹ ਸਾਰਾ ਵਿਕ ਜਾਂਦਾ ਵਾ, ਉਹਨਾਂ ਨੂੰ ਪ੍ਰਾਈਸ ਵਧੀਆ ਮਿਲ ਜਾਂਦੀ ਆ, ਫਿਰ ਤੁਹਾਨੂੰ ਉਹ ਬੋਨਸ ਵੀ ਦਿੰਦੇ ਨੇ। ਅੱਛਾ, ਮਤਲਬ ਇਹ ਵੀ ਆ, ਇਹ ਨਹੀਂ ਹੈਗਾ ਵੀ ਤੁਸੀਂ ਦੇ ਦਿੱਤਾ ਵਾ ਪਿਸਤਾ, ਇੱਕ ਪ੍ਰਾਈਸ ਫਿਕਸ ਹੋ ਗਈ ਆ ਵੀ ਉਸ ਤੋਂ ਬਾਅਦ ਜੇ ਅਗਲੇ ਦਾ ਮਹਿੰਗਾ ਵਿਕ ਗਿਆ ਤੇ ਇਹ ਨਹੀਂ ਹੈਗਾ ਵੀ ਉਹ ਤੁਹਾਨੂੰ ਨਹੀਂ, ਉਹਦਾ ਹਿੱਸਾ ਮਿਲੂਗਾ? ਹਾਂਜੀ, ਉਹਦਾ ਸਾਨੂੰ ਬੋਨਸ ਵੀ ਐਂਡ ਤੇ ਮਿਲਦਾ। ਤੇ ਜਿਹੜਾ ਬੋਨਸ ਆ ਉਹ ਵੀ ਸਾਨੂੰ ਲਾਸਟ ਜਦੋਂ ਸਾਰੀਆਂ ਪੇਮੈਂਟ ਆ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਫਿਰ ਅਨਾਉਂਸ ਕਰਦੇ ਨੇ ਕਿ ਪਿਛਲੇ ਸਾਲ ਦਾ ਜਿਹੜਾ ਪ੍ਰੋਡਕਸ਼ਨ ਸੀ ਉਹਦਾ ਇੰਨਾ ਬੋਨਸ ਆ ਪਰ ਪਾਊਂਡ। ਪਰ ਪਾਊਂਡ? ਹਾਂਜੀ। ਹੁਣ ਇੱਕ ਲਾਸਟ ਹੈ ਜੀ, ਜਿਹੜਾ ਕਿ
ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਕਿ ਇੰਟਰਸਟਿਡ ਨੇ ਇਸ ਖੇਤੀ ਵੱਲ ਨੂੰ ਵਧਣ ਲਈ ਕੀ ਸਲਾਹ ਦਿਓਗੇ? ਸਲਾਹ ਮੈਂ ਸਾਰਿਆਂ ਨੂੰ ਤੇ ਇਹੋ ਹੀ ਕਹੂੰਗਾ ਕਿ ਪਿਸਤੇ ਦੀ ਫਾਰਮਿੰਗ ਹੈ ਤੇ ਬਹੁਤ ਵਧੀਆ, ਪਰ ਇਹਦੇ ਵਿੱਚ ਤੁਹਾਨੂੰ ਵੇਟ ਕਰਨੀ ਪੈਂਦੀ ਆ। ਇਹ ਨਹੀਂ ਕਿ ਤੁਸੀਂ ਅੱਜ ਬੂਟੇ ਲਾਏ ਨੇ ਤੇ ਤੁਹਾਨੂੰ ਸਾਲ 2 ਸਾਲ ਬਾਅਦ ਉਹਦੀ ਪ੍ਰੋਡਕਸ਼ਨ ਆਉਣੀ ਸ਼ੁਰੂ ਹੋ ਜਾਏਗੀ। ਜੇ ਆਪਾਂ ਵੇਟ ਕਰ ਸਕਦੇ ਹਾਂ ਤੇ ਕਿਉਂਕਿ ਤੁਹਾਡੇ ਜਿਹੜੇ ਖਰਚਾ ਪਾਣੀ ਜਿਹੜਾ ਉੱਤੇ ਹੁੰਦਾ ਵਾ ਉਹ 7ਵੇਂ ਸਾਲ ਦੇ ਜਾ ਕੇ ਉੱਪਰ ਪੂਰਾ ਹੋਣਾ ਵਾ, ਪਰ ਪਹਿਲੇ 7 ਸਾਲ ਜਿਹੜਾ ਵਾ ਉਹ ਤੁਹਾਨੂੰ ਜੇਬੋਂ ਖਰਚਾ ਚੱਲਣਾ ਹਾਂਜੀ ਉਹ ਤੁਹਾਨੂੰ ਖਰਚਾ ਚੱਲਣਾ ਪੈਂਦਾ, ਕਿਉਂਕਿ ਜਿਹੜਾ ਪਿਸਤਾ ਵਾ ਇਹਨੂੰ ਦੁਨੀਆ ਭਰ ਦੇ ਵਿੱਚ ਆਪਾਂ ਰਾਇਲ ਨਟ ਗਿਣਦੇ ਆ ਕਿ ਇੱਕ ਰਾਇਲ ਨਟ ਵਾ। ਤੇ ਫਿਰ ਜਦੋਂ ਤੁਸੀਂ ਰਾਇਲ ਨਟ ਨੂੰ ਗਰੋ ਕਰਨਾ ਵਾ ਤੇ ਫਿਰ ਖਰਚਾ ਵੀ ਉਹਦਾ ਉਸੇ ਹਿਸਾਬ ਨਾਲ ਹੀ ਹੋਣਾ, ਰਾਇਲ ਹੀ ਹੋਣਾ ਸਟਾਰਟ। ਲੇਕਿਨ ਇੱਕ ਗੱਲ ਨਹੀਂ ਜੀ, ਤੁਸੀਂ 7 ਸਾਲ ਬਾਅਦ ਫਿਰ 100-150 ਸਾਲ ਤੱਕ ਤਵੀ ਤਾਂ ਲੈਣਾ ਹੀ ਆ। ਹਾਂਜੀ ਹਾਂਜੀ, ਤੇ ਇਹ ਹੈ ਕਿ ਤੁਹਾਡਾ ਜਿਹੜਾ ਪਹਿਲਾ ਵੇਟਿੰਗ ਪੀਰੀਅਡ ਆ ਉਹ ਲੰਮਾ ਵਾ, ਉਸ ਤੋਂ ਬਾਅਦ ਮੌਜਾਂ ਹੀ ਮੌਜਾਂ ਜਿਹਨੂੰ ਕਹਿ ਸਕਦੇ ਆ, ਮਤਲਬ ਉਹ ਵੀ ਜੇ ਤੁਸੀਂ ਕੰਮ ਕਰੋ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਜ਼ਮੀਨ ਹੀ ਕਿੱਦਾਂ ਦੀ ਹੋਣੀ ਚਾਹੀਦੀ ਆ, ਉਹਦੇ ਬਾਰੇ ਚ ਕੁਝ ਕਿਸਾਨਾਂ ਨੂੰ ਰਾਏ ਦਿਓ। ਜ਼ਮੀਨ ਇਹ ਇੱਕ ਰੇਤਲੀ ਜ਼ਮੀਨ ਦੇ ਵਿੱਚ ਇੰਨਾ ਜ਼ਿਆਦਾ ਇਹਦੀ ਪ੍ਰੋਡਕਸ਼ਨ ਨਹੀਂ ਹੁੰਦੀ। ਮਤਲਬ ਲੋਕੀ ਕਈ ਬੀਜਦੇ ਨੇ ਪਰ ਉਹ ਪ੍ਰੋਡਕਸ਼ਨ ਉਹਦੀ ਬਹੁਤ ਘੱਟ ਹੁੰਦੀ ਆ ਜਿਹੜੀ ਆਪਾਂ ਰੇਤਲੀ ਜ਼ਮੀਨ ਦੇ ਵਿੱਚ ਲਾਉਂਦੇ ਆ। ਬਾਕੀ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਚੀਕਣੀ ਮਿੱਟੀ ਕਹਿ ਦਿੰਦੇ ਆ, ਤੇ ਕਿਉਂਕਿ ਹਾਰਡੀ ਟਰੀ ਆ, ਬੜਾ ਟਫ ਟਰੀ ਆ, ਤੇ ਇਹ ਚੀਕਣੀ ਮਿੱਟੀ ਨੂੰ ਬਹੁਤ ਸੂਟ ਕਰਦੀ ਆ। ਤੇ ਬਾਕੀ ਜਿਸ ਤਰ੍ਹਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਨਹੀਂ ਹੁੰਦਾ, ਉਹਦੇ ਵਿੱਚ ਵੀ ਜਿਸ ਤਰ੍ਹਾਂ ਸੈਨ ਵਾਕਿਨ ਕਾਉਂਟੀ ਦੇ ਵਿੱਚ ਹੁੰਦਾ, ਇੱਧਰ ਮਰਸਰ, ਮਤਲਬ ਜਿੱਥੇ ਗਰਮੀ ਵੀ ਬਹੁਤ ਪੈਂਦੀ ਆ ਤੇ ਮੁੜ ਕੇ ਸਰਦੀ ਵੀ ਬਹੁਤ ਪੈਂਦੀ, ਫਰੋਸਟ ਵੀ ਪੈਂਦੀ, ਉਹੋ ਜਿਹੇ ਇਲਾਕੇ। ਹਾਂਜੀ, ਤੇ ਬਟ ਮਿੱਟੀ ਜਿਹੜੀ ਆ ਉਹ ਜਿਹੜੀ ਆਪਣੀ ਉਹ ਉਪਜਾਊ ਹੋਣੀ ਚਾਹੀਦੀ ਆ, ਟਫ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਆਪਾਂ ਚੀਕਣੀ ਮਿੱਟੀ ਕਹਿ ਦਿੰਦੇ ਆ। ਸ਼ੁਕਰੀਆ ਮਨਰਾਜ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਕਿਸਾਨ ਭਰਾਵਾਂ ਨੂੰ ਦਿੱਤੀ ਆ। ਕਿਸਾਨ ਭਰਾਵਾਂ ਨੂੰ ਦੱਸਿਆ ਗਿਆ ਹੈ ਕਿ ਬੂਟਾ ਲਾਉਣ ਤੋਂ ਲੈ ਕੇ ਮਾਰਕੀਟਿੰਗ ਤੱਕ ਵੀ ਵੇਚਣ ਤੱਕ ਦਾ ਸਾਰਾ ਮਨਰਾਜ ਜੀ ਨੇ ਦੱਸਿਆ ਵੀ ਕਿਸ ਤਰ੍ਹਾਂ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਆ ਪਰ ਏਕੜ, ਕਿੰਨੇ ਪ੍ਰੋਫਿਟ ਹੋ ਸਕਦਾ ਜੇ ਤੁਸੀਂ ਧਿਆਨ ਨਾਲ ਡੈਡੀਕੇਸ਼ਨ ਨਾਲ ਉਹਦੀ ਖੇਤੀ ਕਰੋਗੇ। ਤੇ ਬਹੁਤ ਵਧੀਆ ਜਿਹੜੇ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਇੱਕ ਨਵੀਂ ਹੀ ਚਰਚਾ ਨਾਲ ਨਵੇਂ ਮੁੱਦੇ ਤੇ ਗੱਲਬਾਤ ਫੇਰ ਕਰਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।